Hello students, today we are going to discuss our next topic that is collection of data. Collection of data ਦੇ ਵਿੱਚ ਕੀ ਹੈ ਮਤਲਬ ਡਾਟਾ ਨੂੰ ਇਕੱਠਾ ਕਰਨਾ। ਠੀਕ ਹੈ, ਆਪਾਂ ਸਟੈਟਿਕਸ ਦੇ 5 ਟਾਈਪਸ ਕੀਤੀਆਂ ਸੀ, 5 ਫੀਚਰਸ ਕੀਤੇ ਸੀ, ਜਿਹਦੇ ਵਿੱਚ ਫਸਟ ਸੀ ਆਪਣੇ ਕੋਲੇ ਕਲੈਕਸ਼ਨ। ਤਾਂ ਉਹਦੇ ਬਾਰੇ ਆਪਾਂ ਪੂਰੀ ਡਿਟੇਲ 'ਚ ਅੱਜ ਗੱਲ ਕਰਾਂਗੇ। ਕਲੈਕਸ਼ਨ ਆਫ ਡਾਟਾ ਕਿ ਡਾਟਾ ਨੂੰ ਇਕੱਠਾ ਕਰਨਾ। ਕਲੈਕਸ਼ਨ ਆਫ ਡਾਟਾ ਕੀ ਆਪਣੇ ਲਈ ਬਹੁਤ ਹੀ ਇੰਪੋਰਟੈਂਟ ਟਾਸਕ ਆ, ਉਹ ਵੀ ਸਟੈਟਿਕਲ ਇਨਵੈਸਟੀਗੇਸ਼ਨ ਜਿੰਨੀ ਇਨਕੁਆਇਰੀ ਹੁੰਦੀ ਹੈ, ਕਿਸੇ ਵੀ ਤਰੀਕੇ ਦੀ ਕੋਈ ਇਨਕੁਆਇਰੀ ਹੋ ਰਹੀ ਹੈ। ਠੀਕ ਹੈ, ਇਹਦਾ ਮਤਲਬ ਕੀ ਹੈ? collection of data means the process of collecting information keeping in view of the purpose of investigation। ਜਦੋਂ ਇਨਵੈਸਟੀਗੇਸ਼ਨ ਜਾਂ ਇਨਵੈਸਟੀਗੇਟਰ, ਉਹ ਪਰਸਨ ਇਨਵੈਸਟੀਗੇਟਰ ਕੌਣ ਪਰਸਨ ਹੁੰਦਾ ਵਾ ਜੋ ਸਾਰੀ ਦੀ ਸਾਰੀ ਇਨਫੋਰਮੇਸ਼ਨ ਨੂੰ ਕਲੈਕਟ ਕਰ ਰਿਹਾ ਹੁੰਦਾ, ਉਹਨੂੰ ਆਪਾਂ ਕੀ ਬੋਲਦੇ ਹਾਂ? ਇਨਵੈਸਟੀਗੇਟਰ। ਠੀਕ ਹੈ, the data forms the basis of statistical inquiry and therefore utmost care should be taken while collecting the data। ਜਦੋਂ ਆਪਾਂ ਡਾਟਾ ਇਕੱਠਾ ਕਰ ਰਹੇ ਹੁੰਦੇ ਆ ਉਦੋਂ ਆਪਾਂ ਨੂੰ ਬਹੁਤ ਹੀ ਧਿਆਨ ਨਾਲ ਕਰਨਾ ਚਾਹੀਦਾ ਇਕੱਠਾ, ਕਿਉਂਕਿ ਅਗਰ ਇਹ ਡਾਟਾ ਆਪਣਾ ਧਿਆਨ ਨਾਲ ਕਲੈਕਟ ਕਰਾਂਗੇ ਫਿਰ ਆਪਣੇ ਜਿਹੜੇ ਕਨਕਲੂਜ਼ਨ ਹੋਣਗੇ ਉਹ ਕੀ ਹੋਣਗੇ? ਸਹੀ ਹੋਣਗੇ, ਕਰੈਕਟ ਹੋਣਗੇ। ਅਦਰਵਾਈਜ਼ ਆਪਣੇ ਜੋ ਵੀ ਡਾਟਾ ਹੋਊਗਾ ਅਗਰ ਆਪਾਂ ਮਤਲਬ ਸਹੀ ਤਰੀਕੇ ਨਾਲ ਨਹੀਂ ਕਲੈਕਟ ਕੀਤਾ ਹੋਊਗਾ ਤਾਂ ਉਹਦੇ ਕਨਕਲੂਜ਼ਨ ਕੀ ਹੋਣਗੇ? ਗਲਤ ਹੋਣਗੇ। ਜੇ ਆਪਾਂ ਉਹਦੇ ਬੇਸਿਸ 'ਤੇ ਜਦੋਂ ਆਪਾਂ ਡਿਸੀਜ਼ਨ ਵੀ ਗਲਤ ਲੈ ਲਾਂਗੇ ਤਾਂ ਕਨਕਲੂਜ਼ਨ ਵੀ ਕੀ ਹੋਣਗੇ? ਰੋਂਗ ਹੋਣਗੇ। ਨੈਕਸਟ, ਇਹ ਤਾਂ ਸੀ ਕਲੈਕਸ਼ਨ ਆਫ ਡਾਟਾ ਕਿ ਆਪਾਂ ਨੂੰ ਬਹੁਤ ਹੀ ਧਿਆਨ ਨਾਲ ਡਾਟਾ ਨੂੰ ਇਕੱਠਾ ਕਰਨਾ ਪਊਗਾ, ਕਿਉਂਕਿ ਉਹਦੇ ਬੇਸ 'ਤੇ ਹੀ ਆਪਾਂ ਸਾਰੀ ਦੀ ਸਾਰੀ ਚੀਜ਼ਾਂ ਨੂੰ ਮਤਲਬ ਸਹੀ ਤਰੀਕੇ ਨਾਲ ਕਰਦੇ ਹਾਂ। ਹੁਣ ਆਪਣੇ ਕੋਲ ਕੀ ਹੈ? ਸੋਰਸਿਸ ਆਫ ਡਾਟਾ। ਸੋਰਸ ਦੋ ਤਰ੍ਹਾਂ ਦਾ ਵਾ, ਇੰਟਰਨਲ ਅਤੇ ਐਕਸਟਰਨਲ। ਇੰਟਰਨਲ ਮਤਲਬ ਵਿਦ ਇਨ ਆਰਗੇਨਾਈਜੇਸ਼ਨ, ਐਕਸਟਰਨਲ ਮੀਨਸ ਆਊਟਸਾਈਡ ਆਰਗੇਨਾਈਜੇਸ਼ਨ, ਅੰਦਰਲਾ ਅਤੇ ਜਿਹਨੂੰ ਆਪਾਂ ਬਾਹਰਲਾ ਵੀ ਬੋਲ ਸਕਦੇ ਹਾਂ। ਠੀਕ ਹੈ, ਇੰਟਰਨਲ ਮਤਲਬ ਕੀ ਆ? ਹੁਣ ਆਪਣੇ ਕੋਲੇ ਜਦੋਂ ਆਪਾਂ ਵੈਨ ਦਾ ਡਾਟਾ ਆਰ ਓਬਟੇਨ ਫਰੋਮ ਇੰਟਰਨਲ ਆਰਗੇਨਾਈਜੇਸ਼ਨ, ਆਪਾਂ ਡਾਟਾ ਜਦੋਂ ਕਿਤੋਂ ਅੰਦਰਲੀ ਰਿਪੋਰਟ ਤੋਂ, ਅੰਦਰਲੀ ਆਰਗੇਨਾਈਜੇਸ਼ਨ ਤੋਂ ਇਕੱਠੀ ਕਰਦੇ ਹਾਂ ਜਾਂ ਆਪਾਂ ਨੂੰ ਮਿਲਦੀ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ? ਇੰਟਰਨਲ। ਤਾਂ ਜਿੱਦਾਂ ਫੋਰ ਐਗਜ਼ਾਮਪਲ, ਆ ਕੰਪਨੀ ਕਲੈਕਟ ਦਾ ਇਨਫੋਰਮੇਸ਼ਨ ਫਰੋਮ ਇਟਸ ਵੇਰੀਅਸ ਡਿਪਾਰਟਮੈਂਟ ਫੋਰ ਐਨਾਲਾਈਜ਼ਿੰਗ ਦੀ ਪਰਫੋਰਮੈਂਸ ਆਫ ਕੰਪਨੀ। ਕੰਪਨੀ ਦੀ ਪਰਫੋਰਮੈਂਸ ਨੂੰ ਚੈੱਕ ਕਰਨ ਲਈ ਆਪਣੀ ਹੀ ਕੰਪਨੀ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਤੋਂ ਦੇਖ ਰਹੀ ਹੈ। ਜਿਵੇਂ ਸੇਲਸ ਡਿਪਾਰਟਮੈਂਟ ਆਪਣੇ ਕੋਲ, ਮੰਨ ਲਓ ਹੁਣ ਡਿਪਾਰਟਮੈਂਟ ਕੀ ਹੈ? ਸੇਲਸ, ਫਿਨਾਂਸ, ਮਾਰਕੀਟਿੰਗ, ਠੀਕ ਹੈ, ਐਂਡ ਸੋ ਔਨ। ਅਤੇ ਇਹਨਾਂ ਤਿੰਨਾਂ ਦੇ ਵਿੱਚ ਉਹ ਦੇਖਦੀ ਪਈ ਹੈ ਡਾਟਾ, ਜਦੋਂ ਇਕੱਠਾ ਕਰਕੇ ਦੇਖਦੀ ਪਈ ਹੈ ਅੰਦਰਲੀ ਰਿਪੋਰਟ ਹੀ ਹੈ ਕੰਪਨੀ ਦੀ ਇਹ, ਕਿ ਕਿਹੜੀ ਜ਼ਿਆਦਾ ਵਧੀਆ ਰਨ ਕਰਦੀ ਪਈ ਹੈ, ਕਿ ਫਿਨਾਂਸ ਸਭ ਤੋਂ ਜ਼ਿਆਦਾ ਵਧੀਆ ਜਾਂ ਸੇਲਸ ਜ਼ਿਆਦਾ ਵਧੀਆ ਜਾਂ ਮਾਰਕੀਟਿੰਗ, ਜਾਂ ਤਿੰਨੋਂ ਇਕੁਅਲ ਹੈ। ਇਹ ਸਾਰੀਆਂ ਚੀਜ਼ਾਂ ਦੇਖਣੀਆਂ ਅੰਦਰਲੀ ਆਰਗੇਨਾਈਜੇਸ਼ਨ ਦੇ ਵਿੱਚ, ਇਹਨੂੰ ਕੀ ਬੋਲਾਂਗੇ? ਇੰਟਰਨਲ ਡਾਟਾ। ਇੰਟਰਨਲ ਡਾਟਾ ਦੇ ਵਿੱਚ ਆਪਾਂ ਹੋਰ ਕੀ ਬੋਲ ਸਕਦੇ ਹਾਂ? ਜਿਵੇਂ ਸਕੂਲ ਦੇ ਵਿੱਚ ਆਪਾਂ ਬੋਲ ਸਕਦੇ ਹਾਂ ਅਲੱਗ-ਅਲੱਗ ਡਿਪਾਰਟਮੈਂਟ ਬਣੇ ਹੁੰਦੇ ਆ। ਸਕੂਲ ਆਪਣੀ ਮਤਲਬ ਆਪਣੀ ਪਰਫੋਰਮੈਂਸ ਨੂੰ ਚੈੱਕ ਕਰਨ ਦੇ ਲਈ ਆਪਣੇ ਹੀ ਡਿਪਾਰਟਮੈਂਟ ਤੋਂ, ਜਿਵੇਂ ਕਮਰਸ ਡਿਪਾਰਟਮੈਂਟ ਹੋ ਗਿਆ, ਠੀਕ ਹੈ, ਮੈਡੀਕਲ ਡਿਪਾਰਟਮੈਂਟ ਹੋ ਗਿਆ, ਨਾਨ ਮੈਡੀਕਲ ਹੋ ਗਿਆ, ਜਾਂ ਫਿਰ ਆਰਟਸ ਹੋ ਗਿਆ। ਇਹਨਾਂ ਸਾਰਿਆਂ ਤੋਂ ਦੇਖਦੀ ਹੈ ਕਿ ਕਿਹਦੀ ਪਰਫੋਰਮੈਂਸ ਸਭ ਤੋਂ ਜ਼ਿਆਦਾ ਵਾ, ਕਿਹੜੇ ਬੱਚੇ ਜ਼ਿਆਦਾ ਵਧੀਆ ਹੈਗੇ ਹੈ, ਠੀਕ ਹੈ, ਜਾਂ ਸਾਰਿਆਂ ਦੇ ਵਿੱਚ ਹੀ ਮਿਕਸ ਹੈ। ਇਹ ਸਾਰੀਆਂ ਚੀਜ਼ਾਂ ਦੇਖਣੀਆਂ, ਉਹ ਵੀ ਅੰਦਰਲੀ ਰਿਪੋਰਟ ਤੋਂ, ਉਹਦੇ ਵੀ ਹਾਫ 'ਤੇ ਉਹਨੇ ਪਰਫੋਰਮੈਂਸ ਚੈੱਕ ਕਰਨੀ ਹੈ ਇੰਟਰਨਲ ਵਿਦ ਇਨ ਆਰਗੇਨਾਈਜੇਸ਼ਨ। ਠੀਕ ਹੈ, ਅੱਗੇ ਹੈਗਾ ਆਪਣੇ ਕੋਲੇ ਐਕਸਟਰਨਲ, ਮਤਲਬ ਆਊਟਸਾਈਡ ਆਰਗੇਨਾਈਜੇਸ਼ਨ, ਬਾਹਰ ਵਾਲੀ ਆਰਗੇਨਾਈਜੇਸ਼ਨ। ਇਹ ਡਾਟਾ ਕੀ ਆ? ਆਪਾਂ ਕਲੈਕਟਡ ਕਿਸੇ ਹੋਰ ਆਰਗੇਨਾਈਜੇਸ਼ਨ ਤੋਂ ਇਕੱਠਾ ਕਰਦੇ ਹਾਂ, ਅਦਰ ਆਰਗੇਨਾਈਜੇਸ਼ਨ ਜਾਂ ਫਿਰ ਆਊਟਸਾਈਡ ਬਾਹਰ ਵਾਲੀ ਆਰਗੇਨਾਈਜੇਸ਼ਨ ਤੋਂ, ਉਹਨੂੰ ਕੀ ਬੋਲ ਦਿੰਦੇ ਆਪਾਂ? ਐਕਸਟਰਨਲ, ਕਿ ਬਾਹਰ ਤੋਂ ਆਪਾਂ ਡਾਟਾ ਕਲੈਕਟ ਕਰ ਲਿਆ। ਠੀਕ ਹੈ, ਨੈਕਸਟ ਹੁਣ ਆਪਣੇ ਕੋਲੇ ਕੀ ਹੈ? ਟਾਈਪਸ ਆਫ ਡਾਟਾ। ਇੰਪੋਰਟੈਂਟ ਹੈ ਇਹ ਟਾਈਪਸ ਆਫ ਡਾਟਾ। 2 ਟਾਈਪਸ ਹੀ ਹੈ, ਪ੍ਰਾਇਮਰੀ ਡਾਟਾ ਐਂਡ ਸੈਕੰਡਰੀ। ਪ੍ਰਾਇਮਰੀ ਡਾਟਾ ਕੀ ਹੈ? ਜੋ ਆਪਾਂ ਫਸਟ ਹੈਂਡ ਇਨਫੋਰਮੇਸ਼ਨ ਕਲੈਕਟ ਕਰਦੇ ਹਾਂ, ਮਤਲਬ ਫਸਟ ਟਾਈਮ ਇਨਫੋਰਮੇਸ਼ਨ ਕਲੈਕਟ ਕੀਤੀ ਆ, ਉਹਨੂੰ ਕੀ ਬੋਲਾਂਗੇ? ਪ੍ਰਾਇਮਰੀ। ਪ੍ਰਾਇਮਰੀ ਦਾ ਮਤਲਬ ਕੀ ਹੈ? ਜੋ ਡਾਟਾ ਆਪਾਂ ਫਸਟ ਟਾਈਮ ਕਲੈਕਟ ਕੀਤਾ ਵਾ, ਠੀਕ ਹੈ। ਸੱਚ ਡਾਟਾ ਆਰ ਫਸਟ ਹੈਂਡ ਇਨਫੋਰਮੇਸ਼ਨ ਐਂਡ ਓਰੀਜਨਲ ਇਨ ਕਰੈਕਟਰ। ਇਹ ਫਸਟ ਹੈਂਡ ਇਨਫੋਰਮੇਸ਼ਨ ਹੁੰਦੀ ਤੇ ਆਪਣੇ ਮਤਲਬ ਕਰੈਕਟਰ ਦੇ ਵਿੱਚ ਵੀ ਕੀ ਹੁੰਦੀ ਹੈ? ਓਰੀਜਨਲ, ਕਿਉਂਕਿ ਆਪਾਂ ਆਪ ਕਲੈਕਟ ਕੀਤੀ ਹੁੰਦੀ ਹੈ। ਨੈਕਸਟ ਹੈ ਅਕੋਰਡਿੰਗ ਟੂ ਵਰਸਲ ਦੇ ਅਕੋਰਡਿੰਗ ਕੀ ਹੈ? Data originally collected in the process of investigation are known as primary data। ਪ੍ਰਾਇਮਰੀ ਡਾਟਾ ਕਿਹਨੂੰ ਬੋਲਾਂਗੇ? ਜੋ ਆਪਾਂ ਮਤਲਬ ਜਿਹਦੇ ਓਰੀਜਨਲੀ ਕਲੈਕਟ ਕੀਤੀ ਹੁੰਦੀ ਹੈ, ਫਸਟ ਹੈਂਡ ਇਨਫੋਰਮੇਸ਼ਨ, ਕਿ ਕਿਸੇ ਦੇ ਆਪਾਂ ਥਰੂ ਨਹੀਂ ਮੰਗਵਾਈ, ਖੁਦ ਇਕੱਠੀ ਕੀਤੀ ਹੈ। ਹੁਣ ਇਹਦੇ ਮੈਰਿਟਸ ਕੀ ਹੈ, ਮਤਲਬ ਇਹਦੇ ਪੋਜ਼ੀਟਿਵ ਪੁਆਇੰਟਸ ਕੀ ਹੈ? ਐਕੂਰੇਸੀ। ਐਕੂਰੇਸੀ ਹੁੰਦੀ ਹੈ ਪਿਓਰ, ਮਤਲਬ ਸ਼ੁੱਧ, ਮਤਲਬ ਇਹ ਬਹੁਤ ਜ਼ਿਆਦਾ ਕੀ ਹੈ? ਸ਼ੁੱਧਤਾ ਇਹਦੇ ਵਿੱਚ। ਪ੍ਰਾਇਮਰੀ ਡਾਟਾ ਇਜ਼ ਮੋਰ ਐਕੂਰੇਟ ਐਂਡ ਰਿਲਾਈਬਲ। ਰਿਲਾਈਬਲ ਮਤਲਬ ਇਹ 'ਤੇ ਆਪਾਂ ਜ਼ਿਆਦਾ ਵਿਸ਼ਵਾਸ ਕਰ ਸਕਦੇ ਹਾਂ, ਭਰੋਸੇਮੰਦ ਹੈ। ਮੋਰ ਐਕੂਰੇਟ ਤਾਂ ਹੈਗੀ ਹੈ, ਮਤਲਬ ਸ਼ੁੱਧਤਾ ਜ਼ਿਆਦਾ ਹੈਗੀ ਹੈ, ਨਾਲ ਹੀ ਕੀ ਹੈ? ਰਿਲਾਈਬਲ ਵੀ ਹੈਗੀ ਹੈ। ਐਜ਼ ਇਟਸ ਰਿਲੇਟ ਟੂ ਦਾ ਓਬਜੈਕਟਿਵ ਆਫ ਅ ਸਟੱਡੀ। ਅਤੇ ਰਿਲੇਟ ਕਿਹਦੇ ਨਾਲ ਕਰਦੀ ਹੈ? ਜੋ ਵੀ ਆਪਣੀ ਸਟੱਡੀ ਦਾ ਮੇਨ ਉਦੇਸ਼, ਓਬਜੈਕਟਿਵ ਮਤਲਬ ਉਦੇਸ਼, ਕੀ ਪਰਪਸ ਆ ਉਹਦੇ ਨਾਲ ਹੀ ਰਿਲੇਟ, ਕਿਉਂਕਿ ਆਪ ਕਲੈਕਟ ਕਰਨ ਲੱਗੇ ਆਪਾਂ ਨੂੰ ਪਤਾ ਹੈ ਕੀ ਚੀਜ਼ ਲੈਣੀ ਹੈ।
ओरिजिनल, ये बहुत ज़्यादा ओरिजिनल होंगी है, प्राइमरी डाटा ज़्यादा ओरिजिनल है क्योंकि ये की है फर्स्ट हैंड इन्फॉर्मेशन है, ज़्यादा डिटेल ਦੇ ਵਿੱਚ ਹੁੰਦੀ ਹੈ क्योंकि ਜਿੱਦਾਂ ਦੀ ਆਪਾਂ ਨੂੰ ਪ੍ਰਾਇਮਰੀ ਡਾਟਾ ਦੇ ਵਿੱਚ ਰਿਕੁਆਇਰਮੈਂਟ ਦੀ ਲੋੜ ਹੈਗੀ ਹੈ ਉੱਦਾਂ ਹੀ ਆਪਾਂ ਇਹਨੂੰ ਫਾਈਂਡ ਆਊਟ ਕਰਾਂਗੇ। ਅਥੈਂਟਿਕ ਮਤਲਬ ਸਹੀ ਹੈਗੀ ਹੈ, ਕਿੰਨੀ ਕੁ ਜ਼ਿਆਦਾ ਉਹ ਦੇਖਣੀ ਹੈ। इट इज़ कलैक्टेड बाय इन्वेस्टिगेटर हिमसेल्फ, क्योंकि ये की है इन्वेस्टिगेटर जो खोज करता होंदा खुद इन्फॉर्मेशन कलैक्ट करता वा, ठीक है, वो करके की है ये ज़्यादा ऑथेंटिक है, ज़्यादा सही है, जिन्होंने आप रिलायबल भी बोल सकते हैं। निसैसिटी मतलब ज़्यादा लोड, कलैक्शन ऑफ प्राइमरी डाटा बिकम्स निसैसरी, कदों निसैसरी होंदा वा जो अपने को स्कैनरी डाटा अवेलेबल ही नहीं होंदा, जो आप अकॉर्डिंग स्टडी करनी। मान लो कि अगर आप मार्केट के खुद गए, ठीक है, देखो इन्वेस्टिगेशन खुद गया, उन्होंने पता है की चीज़ लैनी है, आपको भी पता उदा ही की चीज़ लैनी है, आप वो अकॉर्डिंग वेरीफाई कर लाँगे अपनी नीड्स के अकॉर्डिंग, वो तो की होगी प्राइमरी। अगर आपू कोई लिया के दे रहा अपने अकॉर्डिंग उन्हें चीज़ा जिवें वो वाधा आ गया सी समान उन्हें आपू देता, तो हो सकता वा वो की अपने को स्कैनरी कि पहला ही मतलब किसी ने या तो यूज़ कर लिया सीगा, जिदा हुण आ बुक है, ठीक है, मतलब ये नोटबुक जो भी ये लिखा होया है किसी पर्सन ने लिखा ना, तो वो जो लिखा आप अगे भी अगे यूज़ करते पे आपू ईजी हो गया, वो की है हुण ये स्कैनरी डाटा। जो पर्सन ने लिखा वो प्राइमरी है, तो जो आप यूज़ करते पे हैं वो की है स्कैनरी। हुण इहदियां की है डीमैरिट्स है, मोर एक्सपेंसिव, डीमैरिट्स मतलब ये ड्रॉबैक्स है, मतलब इहदियां कमियां की है इहदे विच, ज़्यादा एक्सपेंसिव मतलब महंगा वा ये, ठीक है, ज़्यादा महंगा किवें है क्योंकि ये ज़्यादा पैसे की लोड़ पैंदी है, फिनांस मतलब पैसे की लोड़ पैंदी है, ज़्यादा खर्चा करना पैंदा वा, ठीक है। मोर लेबर की मतलब लेबर अपन जो परसनस आप अपॉइंट करते हो ज़्यादा रखने पैंदे है, ठीक है, जो आप प्राइमरी डाटा कलैक्ट करते हैं। ज़्यादा टाइम लगता वा क्योंकि अपन आप सारी इन्फॉर्मेशन कलैक्ट करनी है, जगह जगह पर जाना पैंदा, ट्रैवलिंग के खर्चे भी बहुत ज़्यादा आते, इस करके फिनांस भी अपन ज़्यादा पैंदा वा, लेबर भी एंड टाइम भी। स्किल्स भी ज़्यादा चाहिए होंदियां इहदे विच, स्किल्स मतलब नॉलेज एबिलिटी किन्नी है, जो आप कलैक्ट कर रहे होंगे प्राइमरी डाटा। इन्वेस्टिगेशन मस्ट बी हायर स्किल्ड एंड क्वालीफाई परसन इन दैट फील्ड, वो पूरा का पूरा क्वालीफाई होना चाहिए अपनी फील्ड दे विच। नॉन अवेलेबिलिटी कई बार हो सकता अपन ना मिलन, ठीक है, ताकि है सम टाइम की है ड्यू टू वेरीअस रिस्ट्रिक्शन होंदा पाबंदियां, कुछ पाबंदियां के कारण कई बार पॉसीबल नहीं होंदा प्राइमरी डाटा नूं की है कलैक्ट करना। नैक्सट वन अपने को की है स्कैनरी डाटा। स्कैनरी की है जो पहला ही कोई पहला किसी ने यूज़ कर लिया फिर आप यूज़ करते पे हैं, वो की हुंदा वा स्कैनरी। स्कैनरी डाटा रेफर टू द डाटा विच हैव ऑलरेडी बीन कलैक्टेड फॉर बाय सम अदर एजेंसी फॉर सम अदर परपज एंड अ पार्ट और होल, मतलब या तो पूरे लिए या अद्धे लिए आप पहला ही कोई कंपनी यूज़ कर चुकी है फिर आप यूज़ करते पे, वो किहड़ा डाटा हुंदा वा स्कैनरी डाटा। फॉर एग्जाम्पल अगर आपको कोई असाइनमेंट्स दे रहा वा बनाने के लिए, ठीक है, मतलब नैट तो देती या कुछ भी टॉपिक सी आप देख के बिल्कुल चेप देंगे, ठीक है, ये तो नहीं कि आप बिल्कुल मतलब बिल्कुल न्यू लिखा वा किसी ने पहला यूज़ ही नहीं किया वर्ड, एवें तो नहीं ना, इसलिए की है स्कैनरी है। अकॉर्डिंग टू वैसल के अकॉर्डिंग की है डाटा कलैक्टेड बाय वन, एक कलैक्ट करता वा तो यूज़ उन्होंने होर कोई करता वा, उन्होंने आप की कह दें स्कैनरी, भी कलैक्ट कोई होर करे यूज़ कोई होर करे, उन्होंने आप की बोल दें स्कैनरी डाटा। हुण इनकी मैरिट्स की है मतलब ये पॉजिटिव पॉइंट्स की है। कन्वीनियंट होंदा सौखा क्यों आ, स्कैनरी डाटा बहुत ही ज़्यादा कन्वीनियंट है, कन्वीनियंट टू गैदर एज इट्स जनरली अवेलेबल इन पब्लिश्ड एंड क्लासीफाई फॉर्म। पहला ही ये पब्लिश्ड होंदा ते क्लासीफाई भी होंदा। क्लासीफाई मतलब किहड़ी अकॉर्डिंग मतलब सब ग्रुप दे विच या ग्रुप दे विच मतलब या किहड़े कॉलम दे विच पहला ही उस फॉर्म दे विच हुंदा वा, ठीक है, आपां नूं कुछ करन दी लोड़ नहीं हुंदी, आपां नूं बस मिलिया बनया बनाया मिल जाता। हुण आपां नूं पता है कि मतलब किहड़ा टॉपिक किद्दां करना, किहदे विच की चीज़ां आउणगीआं, वो की है एक क्लासीफाई एक यूनिट वाइज वंडिया होया, उहनूं पहला ही वंडिया होया वा, ठीक है, पहला ही पब्लिश्ड है, पहला ही छपिया होया सारा कुछ। अगे लैस एक्सपेंसिव घट महंगा हुंदा, ये घट कोस्टली क्यों हुंदा वा क्योंकि इन्हें पहला ही कोई यूज़ कर चुकिया हुंदा, जिवें ज़्यादा फिनांस की लोड़ जो भी कुछ सीगा वो इहदे विच ज़्यादा लोड़ नहीं हुंदी। घट टाइम लगूगा क्योंकि पहला ही अवेलेबल है ये। स्कैनरी डाटा कलैक्शन इज़ लैस टाइम कंज्यूमिंग दैट कलैक्शन ऑफ प्राइमरी डाटा। प्राइमरी डाटा नालों ये की है ज़्यादा टाइम कंज्यूमिंग नहीं लेंदा गा, प्राइमरी डाटा ज़्यादा लेंदा। ईजी अवेलेबिलिटी आपां ईजीली मिल जाता वा, ज़्यादा एफर्ट्स करने की लोड़ नहीं पैंदी गी। स्कैनरी डाटा की है ऑन वेरीअस टॉपिक्स आर ईजीली अवेलेबल इन वेरीअस पब्लिश सोर्स,
ਈਜ਼ੀਲੀ ਆਪਾਂ ਨੂੰ ਮਿਲ ਜਾਂਦੇ ਆ, ਪਬਲਿਸ਼ ਛਪੇ ਛਪਾਏ ਸੋਰਸਿਸ ਹੁੰਦੇ ਆ ਉਹ ਈਜ਼ੀਲੀ ਮਿਲ ਜਾਂਦੇ ਆ, ਠੀਕ ਹੈ। ਨੈਕਸਟ ਰਿਲਾਇਬਿਲਿਟੀ, ਰਿਲਾਇਬਿਲਿਟੀ ਮਤਲਬ ਭਰੋਸੇਯੋਗ, ਤਾਂ ਕੀ ਹੈ ਜਿਹੜੀ ਇਹਦੀ ਐਕੂਰੇਸੀ ਮਤਲਬ ਕੀ ਸੀਗੀ, ਸ਼ੁੱਧਤਾ, ਤੇ ਰਿਲਾਇਬਿਲਿਟੀ ਕੀ ਸੀਗੀ, ਭਰੋਸੇਯੋਗਤਾ। ਤਾਂ ਇਹਦੀ ਕੀ ਹੈ ਇਹ the accuracy and reliability is the responsibility of collecting agency, ਏਜੰਸੀ ਦੇ ਦੁਆਰਾ ਉਹਨੇ ਕਲੈਕਟ ਕੀਤੀ ਹੁੰਦੀ ਤੇ ਇਸ ਲਈ ਕੀ ਹੈ ਇਹ ਰਿਲਾਇਬਲ ਹੈ, ਠੀਕ ਹੈ। ਅਗਰ ਕੋਈ ਵੀ ਹੋਰ ਪਰਸਨ ਯੂਜ਼ ਕਰੂਗਾ ਤਾਂ ਫਿਰ ਵੀ ਕੀ ਹੋਊਗੀ, ਉਹ ਰਿਲਾਇਬਲ ਹੀ ਹੋਗੀ, ਹੋ ਸਕਦਾ ਥੋੜੀ ਬਹੁਤੀ ਨਾ ਰਿਲਾਇਬਲ ਹੋਵੇ। ਨੈਕਸਟ ਹੁਣ ਆਪਣੇ ਕੋਲ ਕੀ ਹੈ, ਲੈਸ ਐਕੂਰੇਟ, ਘੱਟ ਸ਼ੁੱਧ ਹੁੰਦਾ ਇਹ, ਕਿੱਦਾਂ, ਕਿਉਂਕਿ ਇਹ ਕੀ ਹੈ ਕਿਸੇ ਹੋਰ ਨੇ ਯੂਜ਼ ਕੀਤਾ ਹੁੰਦਾ ਫਿਰ ਆਪਾਂ ਯੂਜ਼ ਕਰਦੇ ਹਾਂ। ਸੈਕੰਡਰੀ ਡਾਟਾ ਇਜ਼ ਲੈਸ ਐਕੂਰੇਟ ਦੈਨ ਪ੍ਰਾਇਮਰੀ ਡਾਟਾ, ਪ੍ਰਾਇਮਰੀ ਡਾਟਾ ਨਾਲੋਂ ਇਹ ਘੱਟ ਸ਼ੁੱਧ ਹੁੰਦਾ ਵਾ। ਐਂਡ ਇਟ ਇਜ਼ ਨਾਟ ਕਲੈਕਟਡ ਅਕੋਰਡਿੰਗ ਟੂ ਸਕੋਪ ਐਂਡ ਆਬਜੈਕਟਿਵ ਆਫ ਇਨਕੁਆਇਰੀ, ਮਤਲਬ ਜਿੱਦਾਂ ਦੀ ਆਪਾਂ ਨੂੰ ਇਨਕੁਆਇਰੀ ਦੀ ਲੋੜ ਹੈ, ਜਿੱਦਾਂ ਦਾ ਆਪਣਾ ਪਰਪਸ ਹੈ, ਕੋਈ ਵੀ ਉਦੇਸ਼ ਹੈ, ਉਸ ਤਰੀਕੇ ਨਾਲ ਇਹ ਕਲੈਕਟ ਨਹੀਂ ਕੀਤਾ ਹੁੰਦਾ, ਠੀਕ ਹੈ। ਜੋ ਮਟੀਰੀਅਲ ਆਪਾਂ ਨੂੰ ਚਾਹੀਦਾ ਹੋ ਸਕਦਾ ਉਹ ਉੱਦਾਂ ਦਾ ਨਾ ਹੋਵੇ ਉੱਥੇ। ਨੈਕਸਟ ਆਪਣੇ ਕੋਲੇ ਲੈਸ ਅਵੇਲੇਬਿਲਿਟੀ, ਘੱਟ ਮੌਜੂਦ ਹੁੰਦਾ, ਕਿੱਦਾਂ, ਸੈਕੰਡਰੀ ਡਾਟਾ ਮੇ ਨਾਟ ਬੀ ਅਵੇਲੇਬਲ ਫॉर ਆਲ ਟਾਈਪ ਆਫ ਸਟੈਟਿਕਲ ਇਨਕੁਆਇਰੀ, ਹਰ ਇੱਕ ਸਟੈਟਿਕਲ ਇਨਕੁਆਇਰੀ ਦੇ ਵਿੱਚ ਇਹ ਨਹੀਂ ਹੋ ਸਕਦਾ, ਇਸ ਕੀ ਹੈ ਘੱਟ ਮੌਜੂਦ ਹੈ। ਲੈਸ ਇਨਫੋਰਮੇਟਿਵ, ਘੱਟ ਸੂਚਨਾ ਹੁੰਦੀ ਹੈ ਉਹਦੇ ਵਿੱਚ, ਕਿਉਂਕਿ ਹੋ ਸਕਦਾ ਜਿਹਨੇ ਪਹਿਲਾਂ ਜੋ ਪਰਸਨ ਯੂਜ਼ ਕਰ ਚੁੱਕਿਆ ਵਾ ਉਹਨੂੰ ਉੱਦਾਂ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ, ਹੁਣ ਜਿਹੜਾ ਹੋਰ ਕਰਦਾ ਪਿਆ ਉਹਨੂੰ ਪੂਰੀ ਡਿਟੇਲ ਦੇ ਵਿੱਚ ਚਾਹੀਦੀ ਹੈ, ਇਸ ਲਈ ਕੀ ਹੈ ਇਹ ਲੈਸ ਇਨਫੋਰਮੇਟਿਵ। ਸਮਟਾਈਮ ਇਟ ਮੇ ਬੀ ਪੋਸੀਬਲ that secondary data does not provide adequate and sufficient information to the investigator, ਕਈ ਵਾਰ ਹੋ ਸਕਦਾ ਇਨਵੈਸਟੀਗੇਟਰ ਨੂੰ ਵੀ ਪੂਰੀ ਜਿੰਨੀ ਉਹਨੂੰ ਇਨਫੋਰਮੇਸ਼ਨ ਚਾਹੀਦੀ ਉਹ ਨਹੀਂ ਦੇ ਪਾਉਂਦਾ, ਇਸ ਕਰਕੇ ਕੀ ਹੈ ਇਹ ਘੱਟ ਇਨਫੋਰਮੇਟਿਵ ਹੈ। ਐਕਸਟਰਾ ਕੁਐਸਚਨ ਰਿਕੁਆਇਰਡ, ਕੁਐਸਚਨ ਕੀ ਹੈ ਸੁਚੇਤ, ਅਲਰਟ, ਜਿਹਨੂੰ ਆਪਾਂ ਅਲਰਟ ਵੀ ਬੋਲ ਦਿੰਦੇ ਹਾਂ ਜਾਂ ਸੁਚੇਤ, ਮਤਲਬ ਇਹਦੇ ਵਿੱਚ ਜ਼ਿਆਦਾ ਐਫਰਟਸ ਦੀ ਲੋੜ ਹੁੰਦੀ ਹੈ, ਜ਼ਿਆਦਾ ਆਪਾਂ ਨੂੰ ਅਲਰਟ ਰਹਿਣ ਦੀ ਲੋੜ ਪੈਂਦੀ ਹੈ, ਕਿਉਂਕਿ ਇਹਨੇ ਜੋ ਡਾਟਾ ਵਾ ਕੋਈ ਹੋਰ ਕਲੈਕਟ ਕੀਤਾ ਹੁੰਦਾ ਕਿਸੇ ਹੋਰ ਪਰਸਨ ਨੇ। ਤਾਂ ਫੋਰ ਦਾ ਯੂਜ਼ ਆਫ ਸੈਕੰਡਰੀ ਡਾਟਾ ਐਕਸਟਰਾ ਕੁਐਸਚਨ ਇਜ਼ ਨੀਡਡ ਬਾਈ ਇਨਵੈਸਟੀਗੇਟਰ, ਜੋ ਵੀ ਇਨਵੈਸਟੀਗੇਟਰ ਜੋ ਯੂਜ਼ ਕਰ ਰਿਹਾ ਹੁੰਦਾ ਵਾ ਉਹਨੂੰ ਜ਼ਿਆਦਾ ਲੋੜ ਹੁੰਦੀ ਹੈ। ਲੈਕਸ ਓਰੀਜਨੈਲਿਟੀ, ਮਤਲਬ ਘੱਟ ਸ਼ੁੱਧ ਹੁੰਦਾ ਹੈ, ਓਰੀਜਨਲ ਨਹੀਂ ਹੁੰਦਾ ਗਾ, ਡਿਊ ਟੂ ਸਰਟਨ ਲਿਮਿਟੇਸ਼ਨਸ ਐਂਡ ਡਿਸਕ੍ਰਿਮੀਨੇਸੀ ਇਟਸ ਲੈਕ ਓਰੀਜਨੈਲਿਟੀ, ਕਿ ਕਾਫੀ ਓਰੀਜਨੈਲਿਟੀ ਹੋ ਸਕਦੀ ਹੈ, ਇਨਕਨਸਿਸਟੈਂਸੀ ਤੁਸੀਂ ਬੋਲ ਸਕਦੇ ਹੋ ਇਹਨੂੰ, ਮਤਲਬ ਇੱਕ ਸਾਰ ਨਹੀਂ ਹੁੰਦੀਆਂ ਇਹ ਚੀਜ਼ਾਂ, ਕਿ ਜਿੱਦਾਂ ਆਪਾਂ ਨੂੰ ਚਾਹੀਦੀਆਂ ਵਾ, ਮੰਨ ਲਓ ਕਲਾਸੀਫਾਈ ਫਾਰਮ ਦੇ ਵਿੱਚ ਆਪਾਂ ਬੋਲ ਸਕਦੇ ਹਾਂ, ਕੋਈ ਹੋ ਸਕਦਾ ਉਹਦਾ ਨਾ ਹੋਵੇ, ਠੀਕ ਹੈ। ਇਹ ਸੀਗੀਆਂ ਸੈਕੰਡਰੀ ਤੇ ਪ੍ਰਾਇਮਰੀ ਡਾਟਾ, ਸੈਕੰਡਰੀ ਡਾਟਾ ਐਂਡ ਪ੍ਰਾਇਮਰੀ ਡਾਟਾ, ਬਹੁਤ ਹੀ ਇੰਪॉर्टेंट क्वेश्चन एंड वेरी इजी टॉपिक है।